Hello, students. Welcome back to my YouTube channel and Instagram page. So, today I'm here again with a new video that is based on two question essay type. So, today we are going to discuss about the things in a much detailed way. We also discuss about the ideas of this particular essay okay, that you can share on your screens also. So, without any delay, ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ. So, firstly, ਕੋਈ ਵੀ ਜਦੋਂ ਤੁਹਾਡੇ ਕੋਲੇ ਬੱਚੇ ਟਾਸਕ ਆਂਦਾ ਟਾਸਕ 2 ਹੋਵੇ ਚਾਹੇ ਟਾਸਕ 1 ਹੋਵੇ ਤਾਂ ਮੋਸਟ ਐਸੈਂਸ਼ੀਅਲ ਸਟੈਪ ਕੀ ਹੈ ਉਹਦੇ ਵਿੱਚ ਕਿ ਆਪਾਂ ਫਸਟ ਆਫ ਆਲ ਕੀ ਕਰਨਾ ਹੁੰਦਾ ਵੀ ਨੀਡ ਟੂ ਪਲਾਨ ਆਰ ਐਸੇ ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨੀ ਹੈ ਆਪਾਂ ਪਲਾਨਿੰਗ ਕਰਨੀ ਹੈ ਕਿ ਕਿਸ ਪ੍ਰੋਪਰ ਵੇ ਦੇ ਨਾਲ ਆਪਾਂ ਪਲਾਨ ਕਰ ਸਕਦੇ ਹਾਂ ਆਪਣੇ ਆਈਡੀਆਜ਼। ਸੋ ਦੈਟ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ ਦੈਟ ਯੂ ਨੀਡ ਟੂ do for your essay. ਸੋ ਸਭ ਤੋਂ ਪਹਿਲਾਂ ਉਹੀ ਚੀਜ਼ ਕਰਾਂਗੇ ਆਪਾਂ ਸਟੇਟਮੈਂਟ ਨੂੰ ਰੀਡ ਆਊਟ ਕਰਦੇ ਆਂ ਦੇਖਦੇ ਆਂ ਅੰਡਰਸਟੈਂਡ ਕਰਦੇ ਆਂ ਇਹਦਾ ਮੀਨਿੰਗ ਸਮਝਣ ਦਾ ਇਹਦੇ ਕੀਵਰਡਸ ਨੂੰ ਹਾਈਲਾਈਟ ਕਰਾਂਗੇ ਠੀਕ ਹੈ ਜੀ। ਸਭ ਤੋਂ ਫਰਸਟ ਸਟੈਪ ਦੇ ਵਿੱਚ ਬੱਚੇ ਕਦੇ ਵੀ ਤੁਸੀਂ ਜਲਦਬਾਜ਼ੀ ਨਹੀਂ ਕਰਨੀ ਹੈਗੀ ਕਿ ਜਸਟ ਸਟੇਟਮੈਂਟ ਨੂੰ ਇੱਕ ਵਾਰ ਪੜਿਆ ਐਂਡ ਯੂ ਜਸਟ ਸਟਾਰਟਡ ਰਾਈਟਿੰਗ ਯੂਅਰ ਐਸੇ। ਸੋ ਪਹਿਲਾਂ ਜਸਟ ਕੀ ਕਰਨਾ ਉਹਨੂੰ ਚੰਗੀ ਤਰ੍ਹਾਂ ਸਟੇਟਮੈਂਟ ਨੂੰ ਸਮਝਣਾ। ਕਈ ਵਾਰੀ ਇੱਕ ਅੱਧਾ ਵਰਡ ਹੀ ਇਸ ਤਰ੍ਹਾਂ ਦਾ ਹੁੰਦਾ ਦੈਟ ਕੀ ਕਰਦਾ ਹੈ ਕਿ ਉਹ ਆਪਣੇ ਪੂਰੇ ਟਾਸਕ ਦੇ ਮੀਨਿੰਗ ਨੂੰ ਚੇਂਜ ਕਰਦਾ ਠੀਕ ਹੈ ਜੀ। ਸੋ ਨਾਓ ਵਿਦਆਊਟ ਐਨੀ ਡਿਲੇ ਲੈਟਸ ਸਟਾਰਟ। ਪੜ੍ਹਦੇ ਹਾਂ ਆਪਾਂ ਸਟੇਟਮੈਂਟ ਨੂੰ। ਸੋ ਕੀ ਕਹਿ ਰਿਹਾ ਕਿ ਟੁਡੇ ਮੈਨੀ ਚਿਲਡਰਨ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਚਿਲਡਰਨ ਨੇ ਉਹ ਕੀ ਕਰ ਰਹੇ ਨੇ ਸਪੈਂਡ ਕਰ ਰਹੇ ਨੇ ਅ ਲੋਟ ਆਫ ਟਾਈਮ ਪਲੇਇੰਗ ਕੰਪਿਊਟਰ ਗੇਮਸ ਐਂਡ ਲਿਟਲ ਟਾਈਮ ਔਨ ਸਪੋਰਟਸ। ਸੋ ਬਹੁਤ ਹੀ ਮਤਲਬ ਜ਼ਿਆਦਾ ਡਿਫਿਕਲਟ ਹੈਗੀ ਆ ਜਿਹੜੀ ਸਟੇਟਮੈਂਟ ਉਹ ਨਹੀਂ ਹੈਗੀ ਇਹ ਬਹੁਤ ਈਜ਼ੀ ਸਟੇਟਮੈਂਟ ਹੈ ਆਪਣੇ ਕੋਲ ਇਹ। ਉਹ ਕੀ ਕਹਿ ਰਿਹਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਹੈ ਕਿ ਜ਼ਿਆਦਾਤਰ ਚਿਲਡਰਨ ਆਪਣਾ ਟਾਈਮ ਸਪੈਂਡ ਕਰਦੇ ਆ ਕੰਪਿਊਟਰ ਗੇਮਸ ਪਲੇ ਕਰਨ ਤੇ ਬਹੁਤ ਘੱਟ ਟਾਈਮ ਸਪੈਂਡ ਕਰਦੇ ਆ ਸਪੋਰਟਸ ਤੇ। ਸੋ ਫਰਸਟ ਕੁਐਸਚਨ ਕੀ ਹੈ ਇਹਦੇ ਵਿੱਚ ਕਿ ਵਾਈ ਇਜ਼ ਇਟ। ਆਬਵੀਅਸਲੀ ਅਗਰ ਉਹ ਪੁੱਛ ਰਿਹਾ ਵਾਈ ਇਜ਼ ਇਟ ਮੀਨਸ ਵੀ ਹੈਵ ਟੂ ਡਿਸਕ੍ਰਾਈਬ ਰੀਜ਼ਨਸ ਓਵਰ ਹੇਅਰ। ਇੱਥੇ ਆਪਾਂ ਇਹਦੇ ਰੀਜ਼ਨਸ ਦੱਸਣੇ ਆ ਕਿ ਕਿਉਂ ਉਹ ਜ਼ਿਆਦਾ ਟਾਈਮ ਹੈ ਜਿਹੜਾ ਸਪੈਂਡ ਕਰਦੇ ਆ ਔਨ ਵਾਚਿੰਗ or playing computer games rather than sports. Okay जी next question देखते हैं की है कि is it a positive or negative development. So next ਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਕਿ positive ਆ ਕਿ negative development ਹੈ। Okay ਜੀ so now without any delay ਚਲੋ ਆਪਾਂ first ਦੇ ਵਿੱਚ start ਕਰਦੇ ਹਾਂ। ਜਦੋਂ ਵੀ ਆਪਾਂ introduction ਲਿਖਣੀ ਹੈ ਜੀ whenever you have to write your introduction. ਸੋ ਇੰਟਰੋਡਕਸ਼ਨ ਦੇ ਵਿੱਚ ਆਲਵੇਜ਼ ਆਪਾਂ ਨੂੰ ਪਤਾ ਕਿ ਆਪਾਂ ਦੋ ਸੈਂਟੈਂਸਸ ਹੀ ਫਾਰਮ ਕਰਦੇ ਹਾਂ ਠੀਕ ਹੈ ਜੀ। ਫਰਸਟ ਸੈਂਟੈਂਸ ਤੁਹਾਡੇ ਕੋਲੇ ਆਲਵੇਜ਼ ਕੀ ਹੋਏਗਾ ਕੀ ਕਰੋਗੇ ਤੁਸੀਂ ਰੀਫਰੇਜ਼ ਕਰੋਗੇ ਆਪਣੀ ਐਸੇ ਸਟੇਟਮੈਂਟ ਨੂੰ ਠੀਕ ਹੈ ਜੀ। ਐਂਡ ਸੈਕੰਡ ਸੈਂਟੈਂਸ ਦੇ ਵਿੱਚ ਤੁਹਾਡੇ ਕੋਲੇ ਕੀ ਹੋਏਗਾ ਜੋ ਵੀ ਤੁਹਾਡੇ ਆਨਸਰ ਲਾਈਨ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਇਹਦੇ ਵਿੱਚ ਕੀ ਹੁੰਦਾ ਕਿ ਜੋ ਵੀ ਤੁਹਾਡੇ ਐਸੇ ਦੀ ਡਿਮਾਂਡ ਹੈ ਜੋ ਵੀ ਤੁਹਾਡੇ ਕੋਲ ਟੌਪਿਕ ਹੈ ਉਹਦੀ ਡਿਮਾਂਡ ਹੈ ਆਪਾਂ ਜਸਟ ਉਹਨੂੰ ਸੈਟੀਸਫਾਈ ਕਰਾਂਗੇ ਆਪਣੀ ਸੈਕੰਡ ਦੇ ਵਿੱਚ। ਸੋ ਇਹਦੇ ਵਿੱਚ ਦੇਖਦੇ ਹਾਂ ਆਪਾਂ ਜੋ ਫਸਟ ਆਫ ਆਲ ਕੀ ਹੁੰਦਾ ਕਿ ਲਾਈਕ ਰੀਫਰੇਜ਼ਿੰਗ ਕਿਵੇਂ ਕੀਤੀ ਜਾਂਦੀ ਹੈ। ਹੁਣ ਰੀਫਰੇਜ਼ਿੰਗ ਨੂੰ ਆਪਾਂ ਕੀ ਕਰ ਸਕਦੇ ਹਾਂ ਕਿ ਸਿਨੋਨਿਮਸ ਦਾ ਯੂਜ਼ ਕਰਕੇ ਵਰਡ ਟੂ ਵਰਡ ਰੀਫਰੇਜ਼ ਕਰ ਸਕਦੇ ਹੋ ਬੱਚੇ ਜਾਂ ਫਿਰ ਆਪਾਂ ਕੀ ਕਰ ਸਕਦੇ ਹਾਂ ਇਹਦੇ ਲਈ ਕਿ ਆਪਾਂ ਐਕਟਿਵ ਟੂ ਪੈਸਿਵ ਚੇਂਜ ਕਰ ਸਕਦੇ ਹਾਂ ਠੀਕ ਹੈ। ਹੁਣ ਜਿਵੇਂ ਇਹ ਟਾਸਕ ਹੈ ਆਪਣੇ ਕੋਲੇ ਹਨਾ ਕਿ ਟੂਡੇ ਮੈਨੀ ਚਿਲਡਰਨ ਸਪੈਂਡ ਅ ਲੋਟ ਆਫ ਟਾਈਮ ਪਲੇਇੰਗ ਕੰਪਿਊਟਰ ਗੇਮਸ ਐਂਡ ਲਿਟਲ ਟਾਈਮ ਔਨ ਸਪੋਰਟਸ। ਸੋ ਉਹਨੂੰ ਕਹਿ ਸਕਦੇ ਹੋ ਕਿ obviously true fact ਆ undeniably ਜਾਂ irrefutably ਠੀਕ ਹੈ ਜੀ ਇਦਾਂ ਦੇ ਲਿੰਕਰਸ ਲਾ ਕੇ ਤੁਸੀਂ ਇਹਨੂੰ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ। ਇੱਥੇ ਮੈਂ ਕੁਝ ਸਿਨੋਨਿਮਸ ਲਿਖਿਆ ਲਾਈਕ ਇੰਟਰਸਟ ਬੱਚਿਆਂ ਦਾ ਇੰਟਰਸਟ ਵੱਧ ਰਿਹਾ ਹਨਾ ਇੰਟਰਸਟ ਵਰਡ ਆਪਾਂ ਇਹ ਚ ਯੂਜ਼ ਕਰ ਸਕਦੇ ਹਾਂ ਕਿ ਜਿਹੜੇ ਅੱਜ ਕੱਲ ਦੇ ਚਿਲਡਰਨ ਨੇ ਜਾਂ ਯੰਗਸਟਰਸ ਨੇ ਠੀਕ ਹੈ ਉਹਨਾਂ ਦਾ ਇੰਟਰਸਟ ਕਿਸ ਚੀਜ਼ ਵੱਲ ਹੋ ਰਿਹਾ ਔਨ playing games by using their electronic gadgets ठीक है। अगर games वो electronic gadgets से play कर रहा है it is also a rephrasing term for computer games ठीक है ये कह सकते हो ठीक है जी। ओके a lot of time ਦੀ ਜਗ੍ਹਾ ਤੇ ਆਪਾਂ humongous amount of time ਕਹਿ ਸਕਦੇ ਹੋ ਠੀਕ ਹੈ ਜੀ ਕਿ ਉਹ ਸਪੈਂਡ ਕਰਦੇ ਆ ਕਲੀਅਰ ਹੈ। ਸੋ ਇੱਥੇ ਤੁਸੀਂ ਇਹਨੂੰ ਇਦਾਂ ਸਟਾਰਟ ਕਰ ਸਕਦੇ ਹੋ ਕਿ ਜਦੋਂ ਵੀ ਸਟਾਰਟ ਕਰਨਾ ਠੀਕ ਹੈ ਜੀ ਜਾਂ ਤਾਂ ਤੁਸੀਂ ਕੀ ਕਰ ਸਕਦੇ ਹੋ undeniably ਲਿੰਕਰ ਯੂਜ਼ ਕਰ ਸਕਦੇ ਹੋ ਜਾਂ ਉਹਦੀ ਜਗ੍ਹਾ ਤੇ ਤੁਸੀਂ irrefutably ਯੂਜ਼ ਕਰ ਸਕਦੇ ਹੋ ਠੀਕ ਹੈ। ਹੁਣ ਟੁਡੇ ਦੀ ਜਗ੍ਹਾ ਤੇ ਆਪਾਂ ਨੂੰ ਪਤਾ ਕਿ ਇਨ ਪ੍ਰੈਜ਼ੈਂਟ ਸਿਨੈਰੀਓ ਕਹਿ ਸਕਦੇ ਹੋ ਇਨ ਕੰਟੈਂਪਰੇਰੀ ਇਰਾ ਕਹਿ ਸਕਦੇ ਹੋ ਇਨ ਮਾਡਰਨ ਵਰਡ ਕਹਿ ਸਕਦੇ ਹੋ ਠੀਕ ਹੈ that is up to you। ਤੁਸੀਂ ਕਹਿ ਸਕਦੇ ਹੋ ਕਿ irrefutably in this contemporary era ਠੀਕ ਹੈ ਜੀ। ਮੈਨੀ ਚਿਲਡਰਨ ਦੀ ਜਗ੍ਹਾ ਤੇ ਆਪਾਂ majority of youngsters ਯੂਜ਼ ਕਰ ਸਕਦੇ ਹਾਂ for rephrasing ਠੀਕ ਹੈ ਜੀ majority of youngsters
ਠੀਕ ਹੈ ਓਕੇ ਇਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਆਰ ਇੰਟਰਸਟਡ ਕਿਸ ਚੀਜ਼ ਦੇ ਲਈ ਫॉर ਪਲੇਇੰਗ ਵੀਡੀਓ ਗੇਮਸ ਰਾਦਰ ਦੈਨ spending their time on playing outdoor activities ਇਸ ਤਰ੍ਹਾਂ ਵੀ ਲਿਖ ਸਕਦੇ ਹੋ ਅਗਰ ਥੋੜਾ ਜਿਹਾ ਇਹਨੂੰ ਹੋਰ ਆਪਾਂ ਮੋਡੀਫਾਈ ਕਰਨਾ ਕਿ ਵਧੀਆ ਲੱਗੇ ਤਾਂ ਇਹ ਵੀ ਕਹਿ ਸਕਦੇ ਹੋ ਕਿ majority of youngsters are inclined towards utilizing their leisure time ਠੀਕ ਹੈ ਜੀ ਕਿ ਜ਼ਿਆਦਾ ਉਹਨਾਂ ਆਰ ਇਨਕਲਾਈਨ ਦਾ ਮਤਲਬ ਕੀ ਹੁੰਦਾ ਟੂਵਰਡਸ ਕਿ ਜ਼ਿਆਦਾ ਉਹਨਾਂ ਦਾ ਝੁਕਾਅ ਇਸ ਚੀਜ਼ ਵੱਲ ਹੋ ਰਿਹਾ ਹੈ ਨਾ ਕਿ ਆਰ ਇਨਕਲਾਈਨ ਟੂਵਰਡਸ ਯੂਟਿਲਾਈਜ਼ਿੰਗ देयर leisure time by playing video games on their gadgets sorry instead of ठीक है instead of किस चीज ਦੇ ਬਦਲੇ ਉਹ ਚੀਜ਼ ਕਰ ਰਹੇ ਆ ਠੀਕ ਹੈ instead of ਕਹਿ ਸਕਦੇ ਆ ਆਪਾਂ ਠੀਕ ਹੈ ਜੀ ਕਿ ਆਊਟਡੋਰ ਗੇਮਸ ਖੇਡਣ ਦੀ ਬਜਾਏ ਆਪਣਾ ਜਿਹੜਾ ਟਾਈਮ ਆ ਕਿਸ ਚੀਜ਼ ਤੇ ਸਪੈਂਡ ਕਰ ਰਹੇ ਆ ਵੀਡੀਓ ਗੇਮਸ ਤੇ ਕਲੀਅਰ ਹੈ ਜੀ ਸੋ ਇਹ ਕੀ ਹੋ ਗਈ ਤੁਹਾਡੇ ਕੋਲੇ ਰੀਫਰੇਜ਼ਿੰਗ ਹੋ ਗਈ ਸੋ ਰੀਫਰੇਜ਼ਿੰਗ ਦੇ ਲਈ ਬੈਸਟ ਟੈਕਨੀਕ ਕੀ ਹੁੰਦੀ ਹੈ ਕਿ ਲਾਈਕ ਤੁਹਾਡੇ ਜਿਹੜੇ ਵਰਡਸ ਆ ਉਹ ਚੇਂਜ ਹੋਣੇ ਚਾਹੀਦੇ ਆ ਬਟ ਤੁਹਾਡਾ ਮੀਨਿੰਗ ਹੈ ਜਿਹੜਾ ਸਟੇਟਮੈਂਟ ਹੈ ਜਿਹੜੀ ਉਹ ਐਗਜ਼ੈਕਟ ਸੇਮ ਰਹਿਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਨਸਰ ਲਾਈਨ ਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ ਜੀ ਅੱਗੇ ਠੀਕ ਹੈ ਲਾਈਕ ਇੱਥੇ ਮੈਂਸ਼ਨ ਕੀਤੀ ਹੋਈ ਹੈ ਆਲਦੋ ਦੇ ਨਾਲ ਆਪਾਂ ਇੱਕ ਕੰਪਲੈਕਸ ਸੈਂਟੈਂਸ ਫਾਰਮ ਕਰਾਂਗੇ ਠੀਕ ਹੈ ਜੀ ਸੋ ਆਪਾਂ ਕਹਿ ਸਕਦੇ ਹਾਂ ਕਿ although ਤੋਂ ਬਾਅਦ ਕੋਮਾ ਕਦੇ ਵੀ ਨਹੀਂ ਯੂਜ਼ ਹੁੰਦਾ ਸੋ ਨੈਵਰ ਯੂਜ਼ ਦੈਟ although ਆਪਾਂ ਕਹਿ ਸਕਦੇ ਹਾਂ ਕਿ ਇਹ ਹੋਸਟ ਆਫ ਜਾਂ ਇਹ ਹੋਸਟ ਆਫ ਦੀ ਜਗ੍ਹਾ ਤੇ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਰੇਂਜ ਆਫ ਇਹ ਦੋਨੋਂ ਸਿਨੋਨਿਮ ਬੱਚੇ ਮੈਨੀ ਦੇ ਆ ਮੈਨੀ ਦੀ ਜਗ੍ਹਾ ਤੇ ਸੈਵਰਲ ਦੀ ਜਗ੍ਹਾ ਤੇ ਠੀਕ ਹੈ ਜੀ ਤੁਸੀਂ ਇਹ ਵਾਲੇ ਵਰਡਸ ਯੂਜ਼ ਕਰ ਸਕਦੇ ਹੋ ਇਹ ਹੋਸਟ ਆਫ ਇਹ ਰੇਂਜ ਆਫ ਠੀਕ ਹੈ ਕਿ ਇਹ ਹੋਸਟ ਆਫ ਰੀਜ਼ਨਸ ਆਪਾਂ ਕੀ ਕਹਿ ਸਕਦੇ ਹਾਂ ਕਿ ਟੁਕ ਦੀ ਬਲੇਮ ਕਿ ਜਿਹੜਾ ਬਲੇਮ ਹੈ ਉਹ ਲੈ ਰਹੇ ਨੇ ਠੀਕ ਹੈ ਕਿਸ ਚੀਜ਼ ਦਾ ਆਫ ਦਿਸ ਟ੍ਰੈਂਡ ਠੀਕ ਹੈ ਹੁਣ ਇੱਥੇ ਆਪਾਂ ਟੌਪਿਕ ਨਹੀਂ ਇੰਟਰੋਡਿਊਸ ਕੀਤਾ ਆਪਾਂ ਜਸਟ ਟ੍ਰੈਂਡ ਵਰਡ ਦੇ ਨਾਲ ਉਹਨੂੰ ਮੈਂਸ਼ਨ ਕਰਤਾ ਕਿ ਜੋ ਇਹ ਚੀਜ਼ ਹੋ ਰਹੀ ਹੈ ਕਿ ਉਹ ਜ਼ਿਆਦਾ ਵੀਡੀਓ ਗੇਮਸ ਖੇਡ ਰਿਹਾ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਨੇ ਠੀਕ ਹੈ ਹੁਣ ਨੈਕਸਟ ਕੀ ਹੈ ਇਜ਼ ਇਟ ਅ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਹੁਣ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਪੋਜ਼ਿਟਿਵ ਨੈਗੇਟਿਵ ਆਂਦਾ ਮੀਨਸ ਦੇ ਆਰ ਆਸਕਿੰਗ ਫॉर आवर ਓਪੀਨੀਅਨ ਸੋ ਇਹਦੇ ਵਿੱਚ ਆਪਣੇ ਕੋਲੇ ਆਪਸ਼ਨ ਹੁੰਦੀ ਹੈ ਕਿ ਠੀਕ ਹੈ ਜੀ ਸੋ ਅਕੋਰਡਿੰਗ ਟੂ ਮੀ ਕਿ ਜ਼ਿਆਦਾਤਰ ਇਹ ਇੱਕ ਨੈਗੇਟਿਵ ਸਾਈਡ ਸ਼ੋ ਕਰਦਾ ਹੈ ਠੀਕ ਹੈ ਸੋ ਜਸਟ ਕਿਉਂਕਿ ਆਪਾਂ ਇੱਕ ਬੀਪੀ ਚ ਡਿਫਾਈਨ ਕਰਨਾ ਸੋ ਇਹਨੂੰ ਮੈਂ ਸਿੰਗਲ ਸਾਈਡ ਲੈ ਕੇ ਹੀ ਚੱਲ ਰਹੀ ਹਾਂ ਸੋ ਦੈਟ ਇੱਕ ਬੀਪੀ ਚ ਆਪਾਂ ਚੰਗੀ ਤਰ੍ਹਾਂ ਉਹਨੂੰ ਡਿਫਾਈਨ ਕਰ ਸਕੀਏ ਸੋ ਪਹਿਲਾਂ ਤੁਹਾਡਾ ਓਪੀਨੀਅਨ ਆ ਜਾਏਗਾ ਕਿ ਆਈ ਬਿਲੀਵ ਦੈਟ ਕਿ ਜੋ ਐਕਸੈਸਿਵ ਯੂਜ਼ੇਜ ਆ ਕਿਸ ਚੀਜ਼ ਦੀ ਕੰਪਿਊਟਰ ਗੇਮਸ ਦੀ ਬਾਈ ਕਿਡਸ ਜਿਹੜੇ ਠੀਕ ਹੈ ਸਿਨੋਨਿਮ ਆ ਗਿਆ ਇਹ ਚੀਜ਼ ਕੀ ਕਰਦੀ ਹੈ ਐਗਜ਼ਰਟ ਕਰਦੀ ਹੈ ਅਨਟੂਵਰਡ ਰੈਪਰਕਸ਼ਨਸ ਔਨ them ਓਕੇ ਹੇਅਰ ਅਨਟੂਵਰਡ ਰੈਪਰਕਸ਼ਨਸ ਦਾ ਮੀਨਿੰਗ ਹੁੰਦਾ ਬੱਚੇ ਨੈਗੇਟਿਵ ਕਨਸੀਕੁਐਂਸਸ ਠੀਕ ਹੈ ਕਿ ਨੈਗੇਟਿਵ ਕਨਸੀਕੁਐਂਸਸ ਐਗਜ਼ਰਟ ਦਾ ਮੀਨਿੰਗ ਕੀ ਹੁੰਦਾ ਪੁੱਟ ਠੀਕ ਹੈ ਪੁੱਟ ਕਰਦੀ ਹੈ ਨੈਗੇਟਿਵ ਕਨਸੀਕੁਐਂਸਸ ਠੀਕ ਹੈ ਜੀ ਸੋ ਇਹ ਤੁਹਾਡੇ ਕੋਲੇ ਤੁਹਾਡੀ ਇੰਟਰੋਡਕਸ਼ਨ ਹੈ ਜਿਹੜੀ ਉਹ ਕੰਪਲੀਟ ਹੋ ਗਈ ਫਰਸਟ ਦੇ ਵਿੱਚ ਆਪਾਂ ਰੀਫਰੇਜ਼ਿੰਗ ਕੀਤੀ ਹੈ ਗਿਵਨ ਐਸੇ ਸਟੇਟਮੈਂਟ ਦੀ ਐਂਡ ਸੈਕੰਡ ਦੇ ਵਿੱਚ ਆਪਾਂ ਆਨਸਰ ਲਾਈਨ ਚੋਂ ਸੈਟੀਸਫਾਈਡ ਕਰਤਾ ਕਿ ਬਹੁਤ ਸਾਰੇ ਰੀਜ਼ਨਸ ਨੇ ਜਿਹਦੇ ਕਰਕੇ ਇਹ ਚੀਜ਼ ਹੋ ਰਹੀ ਹੈ ਐਂਡ ਜਿਹੜਾ ਐਕਸੈਸਿਵ ਯੂਜ਼ੇਜ ਹੋ ਰਿਹਾ ਕੰਪਿਊਟਰ ਗੇਮਸ ਦਾ ਹਨਾ ਬੱਚਿਆਂ ਦੁਆਰਾ ਜੋ ਪਲੇ ਕੀਤੀ ਜਾ ਰਹੀ ਹੈ ਇਹ ਚੀਜ਼ ਉਹਨਾਂ ਤੇ ਕੀ ਕਰ ਰਹੀ ਹੈ ਨੈਗੇਟਿਵ ਕਨਸੀਕੁਐਂਸਸ ਪੁੱਟ ਕਰ ਰਹੀ ਹੈ ਓਕੇ ਜੀ ਨੈਕਸਟ ਆਪਾਂ ਹੁਣ ਰੀਜ਼ਨਸ ਡਿਸਕਸ ਕਰਦੇ ਹਾਂ ਇਹਦੇ ਵਿੱਚ ਰੀਜ਼ਨਸ ਕੀ ਹੈ ਕਿਉਂਕਿ ਫਰਸਟਲੀ ਤਾਂ ਆਪਾਂ ਉਹੀ ਚੀਜ਼ ਡਿਸਕਸ ਕਰਨੀ ਹੈ ਹਨਾ ਕਿ ਹੈ ਰੀਜ਼ਨਸ ਕੀ ਹੈ ਇਸ ਚੀਜ਼ ਦੇ ਠੀਕ ਹੈ ਕਿ ਕਿਉਂ ਇਹ ਚੀਜ਼ ਹੋ ਰਹੀ ਹੈ ਓਕੇ ਜੀ ਸੋ ਫਰਸਟਲੀ ਦੇਖੋ ਰੀਜ਼ਨਸ ਦੇ ਵਿੱਚ ਆਪਾਂ ਅੱਗੇ ਫਰਦਰ ਡਿਫਾਈਨ ਕਰਾਂਗੇ ਠੀਕ ਹੈ ਜੀ ਪਹਿਲਾਂ ਤਾਂ ਆਪਣੇ ਕੋਲੇ ਟੌਪਿਕ ਸੈਂਟੈਂਸ ਆ ਜਾਏਗਾ ਠੀਕ ਹੈ ਸੋ ਟੌਪਿਕ ਸੈਂਟੈਂਸ ਕੀ ਲਿਖ ਸਕਦੇ ਹੋ ਕਿ देयर आर ਟੂ ਅਗਰ ਡਿਫਾਈਨ ਕਰ ਰਹੇ ਹੋ ਤਾਂ ਟੂ ਮੇਨ ਰੀਜ਼ਨਸ ਲਿਖ ਸਕਦੇ ਹੋ ਥ੍ਰੀ ਮੇਨ ਫੈਕਟਰਸ ਲਿਖ ਸਕਦੇ ਹੋ ਹਨਾ ਜਾਂ ਇਹ ਲਿਖ ਸਕਦੇ ਹੋ देयर आर ਵੈਰਾਈਟੀ ਆਫ ਫੈਕਟਰਸ ਠੀਕ ਹੈ ਜੀ ਜਿਹੜੇ ਕਿ ਕਿਨੇ ਵਿਚ ਆਰ ਰਿਸਪੌਂਸਿਬਲ ਨੇ ਟੂ ਇਨਕਰੇਜ ਚਿਲਡਰਨ ਫॉर ਪਲੇਇੰਗ ਵੀਡੀਓ ਗੇਮਸ ਕਿ ਕਈ ਸਾਰੇ ਫੈਕਟਰਸ ਨੇ ਜੋ ਬੱਚਿਆਂ ਨੂੰ ਇਨਕਰੇਜ ਕਰਦੇ ਨੇ ਕਿ ਉਹ ਕੀ ਕਰਨ ਵੀਡੀਓ ਗੇਮਸ ਖੇਡਣ ਠੀਕ ਹੈ ਜੀ ਸੋ ਪਲੈਨਿੰਗ ਦੇ ਵਿੱਚ ਠੀਕ ਹੈ ਆਪਾਂ ਇਹੀ ਚੀਜ਼ਾਂ ਨੂੰ ਪਲਾਨ ਕਰਨਾ ਹੁੰਦਾ ਵੀ ਆਪਾਂ ਆਈਡੀਆਜ਼ ਕੀ ਲਿਖੀਏ ਹਨਾ ਹੁਣ ਕੀ ਹੋ ਸਕਦਾ ਫਸਟ ਆਫ ਆਲ ਕੀ ਹੋ ਸਕਦਾ ਆਪਾਂ ਇਹ ਕਹਿ ਸਕਦੇ ਕਿ ਜਿਹੜੇ ਪੇਰੈਂਟਸ ਨੇ ਉਹ ਬਹੁਤ ਜ਼ਿਆਦਾ ਬਿਜ਼ੀ ਨੇ ਆਪਣੀ ਲਾਈਫ ਦੇ ਵਿੱਚ ਆਪਣੀ ਜੌਬ ਦੇ ਵਿੱਚ ਆਪਣੇ ਵਰਕ ਦੇ ਵਿੱਚ ਠੀਕ ਹੈ ਸੋ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਗਰ ਉਹਨਾਂ ਦੇ ਬੱਚੇ ਬਾਹਰ ਖੇਡਣ ਜਾਂਦੇ ਆ ਤਾਂ ਉਹਨਾਂ ਨੂੰ ਸੁਪਰਵਾਈਜ਼ ਕਰਨ ਹਨਾ ਕਿ ਬਾਹਰ ਉਹ ਕਿੱਦਾਂ ਦੀ ਐਕਟੀਵਿਟੀਜ਼ ਕਰ ਰਹੇ ਆ ਸੋ ਇਸ ਲਈ ਉਹ ਈਜ਼ੀ ਤਰੀਕਾ ਕੀ ਲੱਭਦੇ ਆ ਕਿ ਲਾਈਕ ਆਪਣੇ ਬੱਚਿਆਂ ਨੂੰ ਅਲਿਊਰਿੰਗ ਗਿਫਟ ਜਿਵੇਂ ਕਿ ਟੈਬ ਹੋ ਗਈ ਹਨਾ
ਕੰਪਿਊਟਰ ਹੋ ਗਿਆ, ਮੈਕਬੁੱਕ ਹੋ ਗਈ, ਲੈਪਟਾਪ ਹੋ ਗਿਆ, ਠੀਕ ਹੈ, ਜਾਂ ਫਿਰ ਫੋਨ ਹੋ ਗਿਆ, ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਗਿਫਟ ਕਰ ਦਿੰਦੇ ਆ ਸੋ ਦੈਟ ਕੀ ਹੈ ਕਿ ਉਹ ਉਹਨਾਂ ਨੂੰ ਸੁਪਰਵਾਈਜ਼ ਨਾ ਕਰਨਾ ਪਵੇ। ਤਾਂ ਫਿਰ ਬੱਚੇ ਕੀ ਕਰਦੇ ਆ ਜੀ, ਉਹਨਾਂ ਤੇ ਵੀਡੀਓ ਗੇਮਸ ਖੇਡਦੇ ਆ। ਸਿੰਪਲ ਐਂਡ ਲੌਜੀਕਲ ਰੀਜ਼ਨ, ਠੀਕ ਹੈ। ਆਲਵੇਜ਼ ਕਦੇ ਵੀ ਨਾ ਸੋਚਿਆ ਕਰੋ ਕਿ ਸਾਡੇ ਰੀਜ਼ਨਸ ਅਗਰ ਸਿੰਪਲ ਹੋਣਗੇ ਤਾਂ ਅਸੀਂ ਵਧੀਆ ਸਕੋਰ ਨਹੀਂ ਕਰ ਸਕਦੇ। ਦ ਥਿੰਗਸ ਵਿਚ ਮੈਟਰ ਇਜ਼ ਕਿ ਤੁਹਾਡੀ ਸੈਂਟੈਂਸ ਫਾਰਮੇਸ਼ਨ ਕਿੱਦਾਂ ਹੋ ਰਹੀ ਹੈ, ਕੰਪਲੈਕਸਿਟੀ ਸੈਂਟੈਂਸਸ ਦੀ ਕਿੰਨੀ ਤੁਸੀਂ ਮੇਨਟੇਨ ਕਰ ਰਹੇ ਹੋ, ਠੀਕ ਹੈ। ਅਦਰਵਾਈਜ਼ ਦ ਸੈਕੰਡ ਥਿੰਗ ਇਜ਼ ਵੋਕੈਬਲਰੀ ਆਪਾਂ ਕਿੱਦਾਂ ਦੀ ਯੂਜ਼ ਕਰ ਰਹੇ ਹਾਂ, ਠੀਕ ਹੈ। ਜ਼ਿਆਦਾ ਅਗਰ ਆਪਾਂ ਹਾਈ ਵੋਕੈਬਲਰੀ ਨਹੀਂ ਯੂਜ਼ ਕਰਨੀ ਓਕੇ, ਬਟ ਥੋੜੀ ਜਿਹੀ ਲੈਸ ਕਾਮਨ ਵੋਕੈਬਲਰੀ ਬੱਚੇ ਯੂਜ਼ ਕਰਿਆ ਕਰੋ। ਇਹ ਤੁਹਾਡੇ ਸਕੋਰ ਨੂੰ ਥੋੜਾ ਜਿਹਾ ਕੀ ਕਰ ਦੇਗੀ, ਹਾਈਕ ਕਰ ਦੇਗੀ, ਠੀਕ ਹੈ, ਬੈਂਡ ਸਕੋਰ ਨੂੰ। ਚਲੋ ਸੋ ਆਪਾਂ ਫਸਟ ਆਈਡੀਆ ਆਪਣਾ ਡਿਸਕਸ ਕਰਦੇ ਹਾਂ, ਲਿੰਕਰਸ, ਠੀਕ ਹੈ, ਜਿਹੜੇ ਤੁਹਾਡੀ ਉਹ ਕੋਹੇਰੈਂਸ ਨੂੰ ਮੈਂਸ਼ਨ ਕਰਦੇ ਨੇ। ਸੋ ਆਲਵੇਜ਼ ਯੂਜ਼ ਦ ਲਿੰਕਰਸ, ਠੀਕ ਹੈ। ਪੈਰਾਗ੍ਰਾਫ ਦੇ ਵਿੱਚ ਜਦੋਂ ਵਨ ਆਈਡੀਆ ਟੂ ਸੈਕੰਡ ਆਈਡੀਆ ਆਪਾਂ, ਠੀਕ ਹੈ, ਸ਼ਿਫਟ ਕਰਨਾ ਤਾਂ ਟੂ ਟ੍ਰਾਂਜੀਸ਼ਨ ਨੂੰ ਸ਼ੋ ਕਰਨ ਦੇ ਲਈ, ਉਹ ਕੋਹੇਰੈਂਸ ਨੂੰ ਸ਼ੋ ਕਰਨ ਦੇ ਲਈ ਲਿੰਕਰਸ ਆਰ ਪਲੇਇੰਗ ਅ ਵੈਰੀ ਇੰਪੋਰਟੈਂਟ ਪਾਰਟ ਇਨ ਯੂਰ ਰਾਈਟਿੰਗ, ਸੋ ਨੈਵਰ ਨੈਗਲੈਕਟ them। ਕਈ ਬੱਚਿਆਂ ਨੂੰ ਕੀ ਲੱਗਦਾ, ਥੋੜੇ ਜਿਹੇ ਫੈਸੀਨੇਟਿੰਗ ਲਿੰਕਰਸ ਯੂਜ਼ ਕਰ ਲੈਂਦੇ ਆ, ਲਾਈਕ ਕਿ ਉਹਦੇ ਨਾਲ ਉਹਨਾਂ ਦਾ ਕੀ ਹੁੰਦਾ ਕਿ ਬੈਂਡ ਸਕੋਰ ਥੋੜਾ ਜਿਹਾ ਹਾਈ ਹੋ ਜਾਵੇ। ਸੋ ਇਟਸ ਮਾਈ ਹੰਬਲ ਰਿਕੁਐਸਟ ਟੂ ਆਲ ਆਫ ਯੂ ਕਿ ਇਦਾਂ ਦੀ ਚੀਜ਼ ਕਦੇ ਨਹੀਂ ਕਰਨੀ, ਠੀਕ ਹੈ, ਕਿਉਂਕਿ ਜਿਹੜੇ ਲਿੰਕਰਸ ਨੇ ਉਹ ਜਸਟ ਇੱਕ ਕੋਹੇਰੈਂਸ ਦਾ ਪਾਰਟ ਬੱਚੇ ਸ਼ੋ ਕਰਦੇ ਆ, ਠੀਕ ਹੈ, ਉਹ ਤੁਹਾਡੇ ਬੈਂਡ ਸਕੋਰ ਨੂੰ ਹਾਈਕ ਨਹੀਂ ਕਰਦੇ। ਸੋ ਤੁਸੀਂ ਸਿੰਪਲ ਲਿੰਕਰਸ ਵੀ ਯੂਜ਼ ਕਰ ਸਕਦੇ ਹੋ, ਜਿਵੇਂ ਇੱਕ ਬੀਪੀ ਚ ਫਸਟ ਆਫ ਆਲ ਕਰ ਲਿਆ, ਅਪਾਰਟ ਫਰਮ ਇਟ ਕਰ ਲਿਆ, ਇੱਕ ਫਰਸਟਲੀ ਸੈਕੰਡਲੀ ਫਾਈਨਲੀ ਕਰ ਲਿਆ, ਠੀਕ ਹੈ। ਜਾਂ ਫਿਰ ਅਗਰ ਰੀਜ਼ਨਸ ਡਿਫਾਈਨ ਕਰ ਰਹੇ ਹਾਂ ਤਾਂ ਆਪਾਂ ਯੂਜ਼ ਕਰ ਲੈਂਦੇ ਹਾਂ ਦੀ ਮੋਸਟ ਪ੍ਰੋਮਿਸਿੰਗ ਰੀਜ਼ਨ ਇਜ਼, ਅਨਦਰ ਰੀਜ਼ਨ ਇਜ਼, ਜਾਂ ਅਨਦਰ ਫੈਕਟਰ ਇਜ਼, ਠੀਕ ਹੈ। ਸੋ ਬਸ ਉਹਨੂੰ ਯੂਜ਼ ਕਰਨਾ ਤਾਂ ਕਿ ਆਪਣੀ ਕੋਹੇਰੈਂਸ ਬਣੀ ਰਹੇ। ਸੋ ਫਸਟਲੀ ਜਾਂ ਫਸਟ ਆਫ ਆਲ ਜਾਂ ਫਸਟ ਮੇਨ ਰੀਜ਼ਨ ਇਜ਼, ਕੋਈ ਵੀ ਲਿੰਕਰ ਯੂਜ਼ ਕਰ ਸਕਦੇ ਹੋ, ਠੀਕ ਹੈ। ਤੇ ਆਪਾਂ ਕੀ ਕਹਿ ਸਕਦੇ ਹਾਂ ਕਿ ਇਨ ਪ੍ਰੈਜ਼ੈਂਟ ਟਾਈਮ, ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਪੇਰੈਂਟਸ ਕੀ ਨੇ, ਆਰ ਬਿਜ਼ੀ ਨੇ, ਕਿਸ ਚੀਜ਼ ਦੇ ਲਈ, ਟੂ ਫੋਲੋ देयर ਹੈਕਟਿਕ ਸਕੇਡਿਊਲ, ਕਿ ਜਿਹੜਾ ਉਹਨਾਂ ਦਾ ਹੈਕਟਿਕ ਸਕੇਡਿਊਲ ਆ ਉਹਨੂੰ ਫੋਲੋ ਕਰਨ ਚ ਬਿਜ਼ੀ ਨੇ, ਈਵਨ ਐਟ देयर ਹੋਮ, ਠੀਕ ਹੈ। ਕਿਉਂਕਿ ਹੁਣ ਇੱਥੇ ਆਪਾਂ ਆਫਿਸ ਦੀ ਗੱਲ ਨਹੀਂ ਕਰਾਂਗੇ, ਹੋਮ ਦੀ ਗੱਲ ਕਰਾਂਗੇ, ਠੀਕ ਹੈ, ਕਿ ਘਰੇ ਆ ਕੇ ਵੀ ਆਪਣਾ ਉਹੀ ਕੰਮ ਕਰਨ ਚ ਬਿਜ਼ੀ ਨੇ, ਹਨਾ। 10 ਫਿਰ ਇਸ ਕਰਕੇ ਹੁਣ ਓਕੇ, punctuations matter most in your writing। in between ਇੱਥੇ ਮੈਂ ਲਿੰਕਰ ਯੂਜ਼ ਕਰ ਰਹੀ ਹਾਂ 10, ਸੋ ਇਸ ਕਰਕੇ ਮੈਂ ਕੀ ਕੀਤਾ, ਪਹਿਲਾਂ ਸੈਮੀਕੋਲਨ ਯੂਜ਼ ਕੀਤਾ ਐਂਡ ਉਹਦੇ ਬਾਅਦ ਦੇ ਵਿੱਚ ਕੌਮਾ ਯੂਜ਼ ਕੀਤਾ, ਠੀਕ ਹੈ। ਸੋ ਹੁਣ ਆਪਣਾ ਇੱਕ ਮੇਨ ਆਈਡੀਆ ਆ ਗਿਆ ਕਿ ਪੇਰੈਂਟਸ ਨੇ ਜਿਹੜੇ ਉਹ ਬਿਜ਼ੀ ਨੇ ਟੂ ਫੋਲੋ देयर ਹੈਕਟਿਕ ਸਕੇਡਿਊਲ ਈਵਨ ਐਟ देयर ਹੋਮ। ਸੋ 10 ਆਪਾਂ ਕੀ ਕਹਿ ਸਕਦੇ ਹਾਂ ਕਿ ਦੇ ਲੈਫਟ ਵਿਦ ਓਨਲੀ ਵਨ ਆਪਸ਼ਨ, ਸੌਰੀ, ਸੋ ਦੇ ਲੈਫਟ ਵਿਦ ਨੋ ਟਾਈਮ ਇੱਥੇ ਆਏਗਾ, ਠੀਕ ਹੈ, ਕਿ ਉਹਨਾਂ ਕੋਲੇ ਕੋਈ ਟਾਈਮ ਨਹੀਂ ਬਚਦਾ ਕਿ ਉਹ ਕੀ ਕਰ ਸਕਣ, ਟੂ ਸੁਪਰਵਾਈਜ਼ ਦ ਐਕਟੀਵਿਟੀਜ਼ ਆਫ देयर ਚਿਲਡਰਨ, ਠੀਕ ਹੈ, ਵਾਈਲ ਦੇ ਪਲੇ ਆਊਟਸਾਈਡ, ਕਿ ਜਦੋਂ ਆਊਟਸਾਈਡ ਖੇਡਦੇ ਨੇ ਤਾਂ ਉਹਨਾਂ ਕੋਲੇ ਟਾਈਮ ਨਹੀਂ ਬਚਦਾ ਕਿ ਉਹਨਾਂ ਦੀ ਐਕਟੀਵਿਟੀਜ਼ ਨੂੰ ਕੀ ਕਰ ਸਕਣ, ਸੁਪਰਵਾਈਜ਼ ਕਰ ਸਕਣ, ਠੀਕ ਹੈ ਜੀ। ਸੋ ਫਿਰ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹ ਕੀ ਕਰਦੇ ਨੇ, ਅੱਗੇ ਫਰਦਰ ਆਪਾਂ ਡਿਫਾਈਨ ਕੀਤਾ, ਓਕੇ, ਐਜ਼ ਅ ਰਿਜ਼ਲਟ ਲਿੰਕਰ ਲਾਇਆ ਕਿਉਂਕਿ ਉਹਦਾ ਆਪਾਂ ਰਿਜ਼ਲਟ ਦੱਸ ਰਹੇ ਹਾਂ, ਹਨਾ, ਕਿ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ ਬਾਹਰ ਅਗਰ ਉਹ ਖੇਡਦੇ ਆ ਤਾਂ ਸੁਪਰਵਾਈਜ਼ ਕਰਨ ਦੇ ਲਈ। ਐਜ਼ ਅ ਰਿਜ਼ਲਟ ਆਪਾਂ ਕੀ ਕਵਾਂਗੇ, ਦੇ ਲਿਊਰ देयर ਕਿਡਸ, ਕਿ ਆਪਣੇ ਬੱਚਿਆਂ ਨੂੰ ਲਿਊਰ ਮਤਲਬ ਕੀ ਹੁੰਦਾ ਕਿ ਹਾਂਜੀ ਉਹਨਾਂ ਨੂੰ ਬਹਿਲਾ ਫੁਸਲਾ ਲੈਣਾ, ਹਨਾ, ਕੋਈ ਵੀ ਚੀਜ਼ ਦੇ ਕੇ। ਸੋ ਲਿਊਰ ਕਰ ਲੈਂਦੇ ਆ देयर ਕਿਡਸ ਨੂੰ, ਕਿਵੇਂ, ਬਾਈ ਗਿਫਟਿੰਗ them, ਠੀਕ ਹੈ, ਇਲੈਕਟ੍ਰੋਨਿਕ ਗੈਜਟਸ ਕਿੱਦਾਂ ਦੇ, ਸਚ ਐਸ ਮੈਕਬੁੱਕ ਹੋ ਗਈ ਜਾਂ ਲੈਪਟਾਪ ਹੋ ਗਿਆ, ਕੀ ਚੀਜ਼ ਅਸ਼ੋਰ ਕਰਨ ਦੇ ਲਈ, ਇਨ ਆਰਡਰ ਟੂ ਅਸ਼ੋਰ दैट देयर वर्ड्स स्टे ਇਨਸਾਈਡ ਦੀ ਹੋਮ ਪ੍ਰੀਮਾਈਸਿਸ, ਠੀਕ ਹੈ, ਕਿ ਉਹ ਘਰ ਦੇ ਅੰਦਰ ਹੀ ਰਹਿਣ, ਘਰ ਦੇ ਬਾਹਰ ਨਾ ਜਾਣ ਖੇਡਣ ਦੇ ਲਈ, ਤਾਂ ਉਹਨਾਂ ਨੂੰ ਵੀ ਸੁਪਰਵਾਈਜ਼ ਕਰਨ ਲਈ ਨਹੀਂ ਜਾਣਾ ਪਊਗਾ, ਠੀਕ ਹੈ। ਵਰਡਸ ਆਪਾਂ ਸਪੈਸੀਫਿਕਲੀ ਜਦੋਂ ਪੇਰੈਂਟਸ ਦੀ ਗੱਲ ਕਰਦੇ ਆ ਉਦੋਂ ਰੈਫਰ ਕਰ ਦਿੰਦੇ ਆ ਚਿਲਡਰਨ ਨੂੰ, ਠੀਕ ਹੈ। ਬਾय ਵਿਚ ਫਿਰ ਕੀ ਹੋਊਗਾ ਕਿ ਉਹ ਦੇ ਡਿਵੋਟ देयर ਲੈਜ਼ਰ ਟਾਈਮ, ਠੀਕ ਹੈ, ਆਪਣਾ ਲੈਜ਼ਰ ਟਾਈਮ ਕਿਵੇਂ ਡਿਵੋਟ ਕਰਦੇ ਆ, ਬਾय ਪਲੇਇੰਗ ਗੇਮਸ ਔਨ ਇਟ, ਠੀਕ ਹੈ, ਕਿ ਉਹ ਆਪਣਾ ਫਿਰ ਟਾਈਮ ਹੈ ਜਿਹੜਾ ਇਸ ਤਰ੍ਹਾਂ ਸਪੈਂਡ ਕਰਦੇ ਆ। ਸੋ ਇੱਕ ਰੀਜ਼ਨ ਲਿੱਤਾ, ਉਹਨੂੰ ਪ੍ਰੋਪਰਲੀ ਡਿਫਾਈਨ ਕੀਤਾ, ਮੈਂ ਸਿਰਫ 2 ਰੀਜ਼ਨ ਹੀ ਡਿਫਾਈਨ ਕੀਤੇ ਆ ਇਹਦੇ ਵਿੱਚ, ਦੋਨਾਂ ਨੂੰ ਪ੍ਰੋਪਰਲੀ ਆਪਾਂ ਐਕਸਪਲੇਨ ਕੀਤਾ, ਕੋਈ ਵੀ ਰੀਜ਼ਨ ਆਪਾਂ ਅੱਧਾ ਅਧੂਰਾ ਨਹੀਂ ਛੱਡਿਆ। ਦੈਟ ਇਜ਼ ਵੈਰੀ ਇੰਪੋਰਟੈਂਟ ਫॉर योर ਰਾਈਟਿੰਗ। ਅਗਰ ਚਾਹੁੰਦੇ ਹੋ ਤੁਹਾਡੇ ਬੈਂਡ ਸਕੋਰ ਵਧੀਆ ਆਣ, ਜੋ ਵੀ ਸਟਾਰਟ ਕਰੋ, ਇੱਕ ਤਾਂ ਆਪਣੇ ਵਰਡਸ ਨੂੰ ਥੋੜਾ ਜਿਹਾ ਸਪੈਸੀਫਿਕ ਰੱਖੋ, ਵਧੀਆ ਜੀ ਸੈਂਟੈਂਸ ਫਾਰਮੇਸ਼ਨ ਯੂਜ਼ ਕਰੋ, ਠੀਕ ਹੈ। ਨੈਕਸਟ ਥਿੰਗ ਹੈ ਕਿ ਟੈਕਨੋਲੋਜੀ, ਹੈ ਨਾ, ਕਿ ਅੱਜ ਕੱਲ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਬੱਚਿਆਂ ਦੇ ਵਿੱਚ ਵੀ ਉਹਦਾ ਕ੍ਰੇਜ਼ ਹੈ ਕਿ ਅਸੀਂ ਨਵੇਂ ਸਮਾਰਟਫੋਨਸ ਲਈਏ, ਅਪਡੇਟਡ ਰਹੀਏ, ਲੇਟੈਸਟ ਗੈਜਟਸ ਓਨ ਕਰੀਏ, ਹੈ ਨਾ। ਸੋ ਜਿਹਦੇ ਕਰਕੇ ਕੀ ਹੁੰਦਾ, ਫਿਰ ਜਦੋਂ ਉਹਨਾਂ ਕੋਲੇ ਫੋਨਸ ਆ ਜਾਂਦੇ ਆ ਤਾਂ ਉਹ ਕੀ ਕਰਦੇ ਆ, ਸਿਰਫ ਇਹਦੇ ਤੇ ਹੀ ਟਾਈਮ ਸਪੈਂਡ ਕਰਦੇ ਆ, ਠੀਕ ਹੈ। ਸੋ ਉਹਨੇ ਲਿਖਿਆ ਕਿ ਅਪਾਰਟ ਫਰਮ ਇਟ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੀ ਟੈਕਨੋਲੋਜੀ ਆ ਇਜ਼ ਪ੍ਰੀਵੇਲਿੰਗ, ਠੀਕ ਹੈ, ਇਜ਼ ਪ੍ਰੀਵੇਲਿੰਗ ਬਾय ਲੀਪਸ ਐਂਡ ਬਾਉਂਡਸ, ਕਿ ਬਹੁਤ ਵੱਡੇ ਪੈਮਾਨੇ ਤੇ ਇਹ ਵੱਧ ਰਹੀ ਹੈ, ਫੈਲ ਰਹੀ ਹੈ। ਪ੍ਰੀਵੇਲਿੰਗ ਦਾ ਮਤਲਬ ਹੁੰਦਾ ਫੈਲਣਾ, ਠੀਕ ਹੈ।
ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਹੈਂਸ ਜਿਹੜੇ ਪੀਪਲ ਨੇ ਉਹ ਕੀ ਹੋ ਚੁੱਕੇ ਨੇ, ਆਰ ਟੈਂਪਟਡ ਨੇ ਟੂ ਪਰਚੇਜ਼ ਨਿਊ ਐਡਵੈਂਟਸ ਬੱਚੇ ਆਪਾਂ ਪ੍ਰੋਡਕਟਸ ਨੂੰ ਹੀ ਕਹਿ ਦਿੰਦੇ ਆ, ਨਵੇਂ ਐਡਵੈਂਟਸ ਜਿਹੜੇ ਆਉਂਦੇ ਆ, ਠੀਕ ਹੈ। ਐਂਡ ਚਿਲਡਰਨ ਆਰ ਨੋ ਐਕਸੈਪਸ਼ਨ ਟੂ ਇਟ। ਹੁਣ ਇੱਥੇ ਵੀ ਇੱਕ ਵਧੀਆ ਸੈਂਟੈਂਸ ਫਾਰਮੇਸ਼ਨ ਯੂਜ਼ ਕੀਤੀ ਹੈ। ਜਦੋਂ ਸਾਰੇ ਪੀਪਲ ਹੀ ਟੈਂਪਟਡ ਹੋ ਗਏ ਤਾਂ ਆਪਾਂ ਕੀ ਕਹਿ ਸਕਦੇ, ਬੱਚੇ ਵੀ ਆ ਜਿਹੜੇ ਇਸ ਚੀਜ਼ ਤੋਂ ਬਚ ਕੇ ਨਹੀਂ ਰਹੇ ਹੈਗੇ, ਠੀਕ ਹੈ। ਸੋ ਉਹਦੇ ਲਈ ਆਪਾਂ ਯੂਜ਼ ਕਰ ਲਿਆ ਕਿ ਐਂਡ ਚਿਲਡਰਨ ਆਰ ਨੋ ਐਕਸੈਪਸ਼ਨ ਟੂ ਇਟ। ਨੈਕਸਟ ਲਿੰਕਰ ਯੂਜ਼ ਕੀਤਾ ਬੱਚੇ ਮੈਂ, ਟੂ ਪੁੱਟ ਇਟ ਅਨਦਰ ਵੇ, ਠੀਕ ਹੈ। ਇਹਨੂੰ ਆਪਾਂ ਅੱਗੇ ਫਰਦਰ ਇਲੈਬੋਰੇਟ ਕਰਨ ਦੇ ਲਈ ਯੂਜ਼ ਕਰ ਲੈਂਦੇ ਆ, ਟੂ ਪੁੱਟ ਇਟ ਅਨਦਰ ਵੇ। ਅੱਗੇ ਡਿਫਾਈਨ ਕੀਤਾ ਕਿ when they watch their piece to spend their free time with the assistance of with the assistance of phones, ठीक है, कि अपना फ्री टाइम वो किते ते स्पेंड करते हैं on playing video games with the assistance of phone, के फोन ਦੀ ਮਦਦ ਦੇ ਨਾਲ ਉਹ ਵੀਡੀਓ ਗੇਮਸ ਖੇਡਦੇ ਆ, ਹਨਾ। ਤਾਂ ਕੀ ਹੁੰਦਾ, they also pester their parents to buy the same, ਕਿ ਉਹ ਵੀ ਉਹ ਕਹਿੰਦੇ ਆ ਕਿ ਸਾਨੂੰ ਖਰੀਦ ਕੇ ਦਿਓ, ਠੀਕ ਹੈ। ਜਿਹਦੇ ਨਾਲ ਕੀ ਹੁੰਦਾ ਕਿ ਉਹ ਜ਼ਿਆਦਾ ਟਾਈਮ ਕਿਸ ਚੀਜ਼ ਤੇ ਸਪੈਂਡ ਕਰਦੇ ਆ, on playing video games। ਕਲੀਅਰ ਹੈ ਜੀ? ਓਕੇ, ਨੈਕਸਟ ਹੁਣ ਆਪਣੇ ਕੋਲੇ ਜੋ ਆਪਾਂ ਇਹ ਦੋਨੋਂ ਰੀਜ਼ਨਸ ਡਿਫਾਈਨ ਕੀਤੇ ਆ, ਠੀਕ ਹੈ ਜੀ, ਇਹਨਾਂ ਦੇ ਹੀ ਆਪਾਂ ਸੋਲੂਸ਼ਨਸ ਪ੍ਰੋਵਾਈਡ ਕਰਾਂਗੇ, ਠੀਕ ਹੈ ਜੀ। ਸੋ ਨੈਕਸਟ ਟਰਮ ਦੇਖਦੇ ਆ ਆਪਾਂ ਸੋਲੂਸ਼ਨਸ ਦੇ ਲਈ। ਓਕੇ, ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਉਹੀ ਟੌਪਿਕ ਸੈਂਟੈਂਸ ਆਪਾਂ ਲਿਖਾਂਗੇ ਜੀ। ਓਕੇ ਜੀ, ਸੋ ਟੌਪਿਕ ਸੈਂਟੈਂਸ ਦੇ ਵਿੱਚ ਦੇਖੋ, ਇਹਦੇ ਵਿੱਚ ਪਹਿਲਾਂ ਤਾਂ 2 ਕੁਐਸਚਨ ਟਾਈਪ ਹੈ। ਸੋ ਪੀਪੀ ਦੀ ਸਟਾਰਟਿੰਗ ਤੋਂ ਪਹਿਲਾਂ ਕੋਈ ਲਿੰਕਰ ਨਹੀਂ ਯੂਜ਼ ਕਰਾਂਗੇ, ਡਾਇਰੈਕਟ ਆਪਾਂ ਟੌਪਿਕ ਸੈਂਟੈਂਸ ਤੋਂ ਸਟਾਰਟ ਕਰਾਂਗੇ। ਪੋਜ਼ਿਟਿਵ ਨੈਗੇਟਿਵ ਚ ਓਪੀਨੀਅਨ ਦੇਣਾ ਮਸਟ ਹੁੰਦਾ, ਸੋ ਆਪਾਂ ਆਪਣੇ ਓਪੀਨੀਅਨ ਤੋਂ ਹੀ ਸਟਾਰਟ ਕੀਤਾ ਕਿ ਆਈ ਵੁੱਡ ਆਰਗੂ ਦੈਟ, ਠੀਕ ਹੈ, ਕਿ ਮੈਨੂੰ ਕੀ ਲੱਗਦਾ ਕਿ ਆਈ ਵੁੱਡ ਆਰਗੂ ਦੈਟ ਯੂਜ਼ੇਜ ਆਫ ਕਿਸ ਚੀਜ਼ ਦੀ, ਇਲੈਕਟ੍ਰਿਕ ਗੈਜਟਸ ਦੀ ਬਾਈ ਟੀਨੇਜਰਸ, ਕਿਹੜੀਆਂ ਟਰਮਸ ਚ ਹੁਣ ਉਹ ਕਰਦੇ ਆ ਕਿ ਇਨ ਟਰਮਸ ਆਫ ਪਲੇਇੰਗ ਗੇਮਸ, ਠੀਕ ਹੈ। ਹੁਣ ਇੱਥੇ ਮੈਂ ਥੋੜਾ ਜਿਹਾ ਸੈਂਟੈਂਸ ਨੂੰ ਕੰਪਲੀਟ ਨਹੀਂ ਕੀਤਾ, ਇਨਕੰਪਲੀਟ ਛੱਡਿਆ, ਬਟ ਕੰਟੀਨਿਊਟੀ ਚ ਲਿਖਣਾ, ਸੋ ਇੱਥੇ ਫਿਰ ਮੈਂ ਪੰਕਚੁਏਸ਼ਨ ਮਾਰਕ ਸੈਮੀਕੋਲਨ ਯੂਜ਼ ਕੀਤਾ। ਸੋ ਇਨ ਬਿਟਵੀਨ ਕੰਟੀਨਿਊਟੀ ਜਦੋਂ ਆਪਾਂ ਬ੍ਰੇਕ ਲੈਣੀ ਹੁੰਦੀ ਹੈ ਤਾਂ ਉੱਥੇ ਤੁਸੀਂ ਕੋਮਾ ਜਾਂ ਸੈਮੀਕੋਲਨ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਕਿ ਜੇ ਆਈ ਵੁੱਡ ਆਰਗੂ ਦੈਟ ਯੂਜ਼ੇਜ ਕਿਸ ਚੀਜ਼ ਦੀ ਆਫ ਇਲੈਕਟ੍ਰੋਨਿਕ ਗੈਜਟਸ ਦੀ ਬਾਈ ਟੀਨੇਜਰਸ ਕਿਸ ਟਰਮਸ ਦੇ ਵਿੱਚ, ਇਨ ਟਰਮਸ ਆਫ ਪਲੇਇੰਗ ਗੇਮਸ, ਇਜ਼ ਪੈਰਿਲਸ ਹੈ ਫॉर देयर holistic growth, is perilous ਦਾ ਮਤਲਬ ਹੁੰਦਾ ਕਿ ਖਤਰਨਾਕ ਹੈ, ਡੇਂਜਰਸ ਹੈ, ਠੀਕ ਹੈ। holistic growth ਦਾ ਮੀਨਿੰਗ ਹੁੰਦਾ ਬੱਚੇ ਓਵਰਆਲ growth। ਸੋ ਅਗੇਨ ਅੱਗੇ ਮੈਂ ਫਿਰ ਇਹਦੇ ਹੀ ਦੱਸਿਆ ਨੈਗੇਟਿਵ ਇਫੈਕਟ। ਸੋ ਦੀ ਪ੍ਰੋਮੀਨੈਂਟ ਇਲ ਇਫੈਕਟ ਇਜ਼, ਦੀ ਪ੍ਰੋਮੀਨੈਂਟ ਮਤਲਬ, ਪ੍ਰੋਮੀਨੈਂਟ ਦਾ ਮਤਲਬ ਹੁੰਦਾ ਮੇਨ, ਇਲ ਇਫੈਕਟ ਇੱਥੇ ਨੈਗੇਟਿਵ ਚੀਜ਼ ਨੂੰ ਟਰਮ ਰੈਫਰ ਕਰ ਰਿਹਾ, ਟਰਮ ਨੂੰ ਰੈਫਰ ਕਰ ਰਿਹਾ। ਸੋ ਇਫੈਕਟ ਇਜ਼ ਇਟ ਹੈਂਪਰਸ ਦੀ ਓਵਰਆਲ ਗਰੋਥ ਆਫ ਚਿਲਡਰਨ, ਠੀਕ ਹੈ, ਕਿ ਬੱਚੇ ਦੀ ਜਿਹੜੀ ਓਵਰਆਲ ਗਰੋਥ ਆ, ਹੈਂਪਰ ਮਤਲਬ ਉਹਦੇ ਵਿੱਚ ਕੀ ਕਰਦਾ, ਡਿਸਟਰਬ ਕਰ ਦਿੰਦਾ, ਠੀਕ ਹੈ, ਰੁਕਾਵਟ ਕ੍ਰੀਏਟ ਕਰਦਾ, ਠੀਕ ਹੈ ਜੀ। ਇਨ ਅਦਰ ਵਰਡਸ, ਹੁਣ ਇੱਥੇ ਮੈਂ ਇਸੇ ਚੀਜ਼ ਨੂੰ ਡਿਫਾਈਨ ਕਰਨ ਦੇ ਲਈ ਲਿੰਕਰ ਐਕਸਪਲੇਨ ਕੀਤਾ ਹੈ ਕਿ ਇਨ ਅਦਰ ਵਰਡਸ, ਠੀਕ ਹੈ। ਓਕੇ, ਅੱਗੇ ਆਪਾਂ ਡਿਫਾਈਨ ਕੀਤਾ ਕਿ ਇਫ ਯੂਵੇਨੇਲਸ ਕੀ ਕਰਨਗੇ, ਐਕਸਪੈਂਡ ਕਰਨਗੇ ਜਾਂ ਸਪੈਂਡ ਕਰਨਗੇ, ਠੀਕ ਹੈ ਜੀ, ਯੂਟਿਲਾਈਜ਼ ਕਹਿ ਸਕਦੇ ਹੋ, ਡਿਵੋਟ ਕਹਿ ਸਕਦੇ ਹੋ, ਥੀਸ ਆਰ ਦ ਟਰਮਸ ਦੈਟ ਯੂ ਕੈਨ ਯੂਜ਼। ਯੂਵੇਨੇਲਸ ਚਿਲਡਰਨ ਨੂੰ ਕਹਿੰਦੇ ਆ ਆਪਾਂ ਕਿ ਇਫ ਯੂਵੇਨੇਲਸ ਸਪੈਂਡ ਕਰਨਗੇ ਇਨਐਡਿਕੁਏਟ ਟਾਈਮ ਕਿਸ ਚੀਜ਼ ਤੇ, ਔਨ ਯੂਜ਼ਿੰਗ ਟੈਕਨੋਲੋਜੀ, ਕਾਦੇ ਲਈ, ਫॉर ਪਲੇਇੰਗ ਗੇਮਸ ਔਨ ਇਟ, ਠੀਕ ਹੈ। ਦੈਨ ਆਪਾਂ ਕੀ ਕਵਾਂਗੇ ਕਿ ਦੇ ਉਹ ਕੀ ਹੋਣਗੇ, ਦੇ ਆਰ ਮੋਰ ਵਲਨਰੇਬਲ ਹੋਣਗੇ, ਉਹ ਜ਼ਿਆਦਾ ਸ਼ਿਕਾਰ ਹੋਣਗੇ, ਠੀਕ ਹੈ ਜੀ, ਕਿ ਮੋਰ ਵਲਨਰੇਬਲ ਹੋਣਗੇ ਕਿਸ ਚੀਜ਼ ਤੋਂ ਸਫਰ ਕਰਨ ਦੇ ਲਈ, ਟੂ ਸਫਰ ਫਰੋਮ ਵੇਰੀਅਸ ਪ੍ਰੋਬਲਮ, ਜਾਂ ਇਵਨ ਇੱਥੇ ਮੈਂ ਇੱਕ ਪ੍ਰੋਬਲਮ ਨੂੰ ਡਿਸਕਸ ਕਰਤਾ, ਵਿਜ਼ਨ ਇੰਪੇਅਰਮੈਂਟ, ਠੀਕ ਹੈ ਜੀ। ਵਿਜ਼ਨ ਇੰਪੇਅਰਮੈਂਟ ਦਾ ਮਤਲਬ ਕੀ ਹੁੰਦਾ, ਆਈਸਾਈਟ ਘਟਣਾ, ਠੀਕ ਹੈ ਜੀ। ਵੀਕ ਆਈਸਾਈਟ ਆਪਾਂ ਲਿਖਦੇ ਆ ਨਾਰਮਲ ਟਰਮਸ ਦੇ ਵਿੱਚ, ਅਗਰ ਬੈਂਡ ਸਕੋਰ ਵਧਾਉਣੇ ਆ ਤਾਂ ਵੀਕ ਆਈਸਾਈਟ ਦੀ ਜਗ੍ਹਾ ਤੇ ਆਪਾਂ ਕੀ ਲਿਖ ਸਕਦੇ ਆ, ਵਿਜ਼ਨ ਇੰਪੇਅਰਮੈਂਟ ਦੀ ਪ੍ਰੋਬਲਮ ਲਿਖ ਸਕਦੇ ਆ, ਵਿਜ਼ਨ ਦੇਖਣਾ, ਠੀਕ ਹੈ ਜੀ। ਕਲੀਅਰ ਹੈ? ਓਕੇ, ਅਨਦਰ ਆਪਾਂ ਰੀਜ਼ਨ ਇਹਦਾ ਮੋਸਟ ਨੈਗੇਟਿਵ ਐਸਪੈਕਟ ਕੀ ਲਿੱਤਾ ਕਿ ਅਗਰ ਬੱਚੇ ਆਊਟਡੋਰ ਗੇਮਸ ਖੇਡਣਗੇ ਹੀ ਨਹੀਂ, ਹਨਾ, ਤਾਂ ਉਹ ਕੀ ਹੋਣਗੇ, ਓਬੈਸਿਟੀ ਦਾ ਸ਼ਿਕਾਰ ਜ਼ਿਆਦਾ ਹੋਣਗੇ, ਠੀਕ ਹੈ। ਸਭ ਤੋਂ ਮੇਨ ਇਲ ਇਫੈਕਟ ਕੀ ਹੈ, ਉਹ ਫਿਟ ਨਹੀਂ ਰਹਿਣਗੇ, ਹੈਲਦੀ ਨਹੀਂ ਰਹਿਣਗੇ, ਠੀਕ ਹੈ, ਉਹ ਚੀਜ਼ ਆ ਜਾਏਗੀ। ਉਹਨੂੰ ਡਿਫਾਈਨ ਕੀਤਾ ਅਨਦਰ ਨੈਗੇਟਿਵ ਐਸਪੈਕਟ, ਉਹਦੇ ਲਈ ਮੈਂ ਲਿੰਕਰ ਯੂਜ਼ ਕਰ ਲਿਆ, ਦੀ ਅਨਦਰ ਕੰਪੈਲਿੰਗ ਨੈਗੇਟਿਵ ਐਸਪੈਕਟ ਇਜ਼, ਕਿ ਜਿਹੜਾ ਅਨਦਰ ਕੰਪੈਲਿੰਗ ਨੈਗੇਟਿਵ ਐਸਪੈਕਟ ਆਫ ਦਿਸ ਸਿਨੈਰੀਓ, ਕਿ ਇਸ ਸਿਨੈਰੀਓ ਦਾ ਕੀ ਹੋਊਗਾ, ਇਜ਼ ਡਿਮ ਐਟੀਟਿਊਡ ਆਫ ਚਿਲਡਰਨ, ਕਿ ਬੱਚਿਆਂ ਦਾ ਡਿਮ ਐਟੀਟਿਊਡ ਮਤਲਬ ਉਹਨਾਂ ਦਾ ਇੰਟਰਸਟ ਨਹੀਂ ਰਹੇਗਾ, ਹਨਾ, ਕਿ ਡਿਮ ਐਟੀਟਿਊਡ ਆਫ ਚਿਲਡਰਨ ਕਿਹਦੇ ਲਈ, ਟੂਵਰਡਸ ਪਾਰਟਿਸਿਪੇਟਿੰਗ ਇਨ ਸਪੋਰਟਸ ਐਕਟੀਵਿਟੀਜ਼, ਜਾਂ ਸਪੋਰਟਸ ਕਹਿ ਸਕਦੇ ਹੋ, ਕੱਲਾ ਵੀ ਆਊਟਡੋਰ ਗੇਮਸ ਕਹਿ ਸਕਦੇ ਹੋ, ਗੇਮਸ ਕਹਿ ਸਕਦੇ ਹੋ, ਠੀਕ ਹੈ ਜੀ। ਹੁਣ ਇਹਦੇ ਨਾਲ ਕੀ ਹੋਊਗਾ ਕਿ ਜਦੋਂ ਵੀ ਉਹਨਾਂ ਨੂੰ ਫੋਰਸ ਕੀਤਾ ਜਾਊਗਾ ਕਿ ਉਹ ਜਾ ਕੇ ਬਾਹਰ ਖੇਡਣ, ਹਨਾ,
ਤਾਂ ਉਹ ਜਸਟ ਇੱਕ ਫੋਰਸਫੁਲੀ ਖੇਡਣ ਤਾਂ ਚਲੇ ਜਾਣਗੇ, ਬਟ ਉਹਦੇ ਵਿੱਚ ਕੀ ਹੋਗੀ, ਉਹਨਾਂ ਦੀ ਲਾਈਕ ਖੁਸ਼ੀ ਨਹੀਂ ਹੋਊਗੀ, ਹੈ ਨਾ। ਸੋ ਉਹੀ ਚੀਜ਼ ਹੈ ਕਿ ਬਾय ਵਿਚ ਦੇ ਫੀਲ ਡਿਸਕੰਟੈਂਟਡ। ਡਿਸਕੰਟੈਂਟਡ ਦਾ ਮਤਲਬ ਹੁੰਦਾ ਕਿ ਵੀ ਹੈਪੀ ਫੀਲ ਨਹੀਂ ਕਰਨਗੇ, ਹੈ ਨਾ। ਬਾय ਵਿਚ ਦੇ ਫੀਲ ਡਿਸਕੰਟੈਂਟਡ ਕਦੋਂ, ਵੈਨ ਦੇ ਆਰ ਫੋਰਸਡ ਟੂ ਪਲੇ ਆਊਟਡੋਰ ਗੇਮਸ, ਕਿ ਜਦੋਂ ਉਹਨਾਂ ਨੂੰ ਫੋਰਸ ਕੀਤਾ ਜਾਊਗਾ ਕਿਸੇ ਦੁਆਰਾ ਕਿ ਉਹ ਆਊਟਡੋਰ ਗੇਮਸ ਖੇਡਣ। ਕੌਨਸੀਕੁਐਂਟਲੀ ਫਿਰ ਕੀ ਹੋਊਗਾ ਕਿ ਅਗਰ ਉਹ ਨਹੀਂ ਖੇਡਣਗੇ, ਠੀਕ ਹੈ, ਐਂਡ ਇਹ ਵੀ ਕਹਿ ਸਕਦੇ ਹੋ ਕਿ ਐਂਡ ਈਵਨ ਇਫ ਦੇ ਡੂ ਨਾਟ ਟੇਕ ਪਾਰਟ ਇਨ ਆਊਟਡੋਰ ਐਕਟੀਵਿਟੀਜ਼, ਕੌਨਸੀਕੁਐਂਟਲੀ ਫਿਰ ਉਹ ਕੀ ਹੋਣਗੇ, ਦੇ ਮੇ ਪ੍ਰੇ ਵਿਕਟਮ ਆਫ। ਪ੍ਰੇ ਵਿਕਟਮ ਆਫ ਮਤਲਬ ਸ਼ਿਕਾਰ ਹੋ ਜਾਣਾ, ਠੀਕ ਹੈ ਜੀ। ਕਿ ਕਿਸ ਚੀਜ਼ ਦਾ ਸ਼ਿਕਾਰ ਹੋ ਜਾਣਗੇ, ਮੋਸਟ ਟ੍ਰੈਂਡਿੰਗ ਮਲੀਸ ਸੈਮੀਕੋਲਨ, ਠੀਕ ਹੈ, ਪੰਕਚੁਏਸ਼ਨ ਮਾਰਕ ਦਵਾਂਗੇ, ਨੋਨ ਐਜ਼ ਓਬੇਸਿਟੀ, ਠੀਕ ਹੈ ਜੀ। ਮੋਸਟ ਟ੍ਰੈਂਡਿੰਗ ਮੈਲੀਸ, ਮੋਸਟ ਟ੍ਰੈਂਡਿੰਗ ਮਤਲਬ ਜਿਹੜੀ ਚੱਲ ਰਹੀ ਹੈ, ਹਨਾ, ਟ੍ਰੈਂਡ ਦੇ ਵਿੱਚ ਆ, ਹਨਾ। ਮਲੀਸ ਦਾ ਮਤਲਬ ਕੀ ਹੁੰਦਾ, ਬਿਮਾਰੀ, ਠੀਕ ਹੈ, ਕਿ ਮੋਸਟ ਟ੍ਰੈਂਡਿੰਗ ਮਲੀਸ ਦਾ ਸ਼ਿਕਾਰ ਹੋ ਜਾਣਗੇ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਓਬੈਸਿਟੀ ਕਹਿ ਦਿੰਦੇ ਆ। ਕਲੀਅਰ ਹੈ ਜੀ। ਸੋ ਇਹ ਉਹਦੇ ਆਪਾਂ ਕੀ ਦੱਸਦੇ ਸੀਗੇ ਸਾਰੇ ਬੱਚੇ, ਆਪਾਂ ਇਹ ਉਹਦੇ ਨੈਗੇਟਿਵ ਇਫੈਕਟਸ ਦੱਸਦੇ। ਸੋ ਇਹਦੇ ਵਿੱਚ ਵੀ ਮੈਂ ਦੋ ਹੀ ਲਿੱਤੇ ਆ ਤੇ ਦੋ ਨੂੰ ਪ੍ਰੋਪਰਲੀ ਡਿਫਾਈਨ ਕੀਤਾ ਹੈ, ਠੀਕ ਹੈ ਜੀ। ਹੁਣ ਨੈਕਸਟ ਤੇ ਆ ਜਾਓ ਆਪਣੇ ਕੋਲੇ ਕਨਕਲੂਜਨ ਲਾਸਟ ਤੇ। ਸੋ ਕਨਕਲੂਜਨ ਦੇ ਵਿੱਚ ਜਸਟ ਆਪਾਂ ਕੀ ਕਹਿਣਾ ਹੁੰਦਾ ਕਿ ਜਸਟ ਉਹੀ ਚੀਜ਼ ਕਿ ਜੋ ਆਪਣੇ ਕੋਲੇ ਆਨਸਰ ਲਾਈਨ ਆ ਉਹਨੂੰ ਥੋੜਾ ਜਿਹਾ ਮੋਲਡ ਕਰਕੇ ਆਪਣੇ ਕੋਲੇ ਆਪਣੀ ਕਨਕਲੂਜਨ ਫਾਰਮ ਹੋ ਜਾਂਦੀ ਹੈ। ਕਨਕਲੂਜਨ ਦੇ ਲਈ ਜੋ ਤੁਸੀਂ ਲਿੰਕਰ ਯੂਜ਼ ਕਰੋਗੇ ਜਾਂ ਤਾਂ ਇਨ ਕਨਕਲੂਜਨ ਜਾਂ ਫਿਰ ਟੂ ਕਨਕਲੂਡ, ਕੋਈ ਵੀ ਜ਼ਿਆਦਾ ਫੈਂਸੀ ਵਰਡਸ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਇਹ ਡਿਫਾਈਨ ਕੀਤੇ ਗਏ ਵਰਡਸ ਨੇ, ਸੋ ਟਰਾਈ ਟੂ ਯੂਜ਼ ਇਟ, ਠੀਕ ਹੈ ਜੀ। ਸਿੰਪਲ ਵਰਡਸ ਨੇ, ਇਹਨਾਂ ਨੂੰ ਯੂਜ਼ ਕਰੋ, ਕਨਫਿਊਜ਼ ਹੋਣ ਦੀ ਲੋੜ ਨਹੀਂ। ਕਈ ਬਹੁਤ ਜ਼ਿਆਦਾ ਭਾਰੀ ਭਰਕਮ ਵਰਡ ਯੂਜ਼ ਕਰਨ ਲੱਗ ਜਾਂਦੇ, ਟੂ ਇਨਕੈਪਸੂਲੇਟ, ਟੂ ਇਹ ਉਹ, ਸੋ ਜਸਟ ਅਵੋਇਡ दैट, ਠੀਕ ਹੈ। ਸਿੰਪਲ ਟਰਮਸ ਨੂੰ ਯੂਜ਼ ਕਰੋ, ਜਾਂ ਤਾਂ ਇਨ ਕਨਕਲੂਜਨ ਜਾਂ ਫਿਰ ਟੂ ਕਨਕਲੂਡ, ਠੀਕ ਹੈ। ਸੋ ਇਨ ਕਨਕਲੂਜਨ ਆਪਾਂ ਕੀ ਕਹਿ ਦਾਂਗੇ ਕਿ ਜਿਹੜੇ ਮਲਟੀਫੇਰੀਅਸ ਕਾਜ਼ਸ ਨੇ, ਹਨਾ, ਉਹ ਕਿਨੇ ਆਰ ਅਕਾਊਂਟੇਬਲ ਨੇ, ਠੀਕ ਹੈ। ਕਿਸ ਚੀਜ਼ ਦੇ ਲਈ, ਟੂ ਇਨਕਰੇਜ ਚਿਲਡਰਨ ਜਾਂ ਟੂ ਇਨਸਾਈਟ ਚਿਲਡਰਨ ਫॉर ਪਲੇਇੰਗ ਗੇਮਸ ਔਨ देयर ਇਲੈਕਟ੍ਰੋਨਿਕ ਗੈਜਟਸ ਜਾਂ ਔਨ देयर, ठीक है, मोबाइल फोन्स या फिर लैपटॉप, कोई भी चीज ਨੂੰ ਮੈਂਸ਼ਨ ਕਰ ਸਕਦੇ ਹੋ। ਈ ਗੈਜਟਸ ਕਹਿ ਦੋ, ਠੀਕ ਹੈ। ਇਲੈਕਟ੍ਰੋਨਿਕ ਅਗਰ ਵਰਡ ਆਪਾਂ ਪਹਿਲਾਂ ਯੂਜ਼ ਕਰ ਲਿਆ ਤਾਂ ਈ ਗੈਜਟਸ ਕਹਿ ਸਕਦੇ ਹੋ, ਠੀਕ ਹੈ। ਕਿ ਮਲਟੀਫੇਰੀਅਸ ਕਾਜ਼ਸ ਕਿਨੇ ਆਰ ਅਕਾਊਂਟੇਬਲ ਨੇ, ਜਿਹੜੇ ਕਿ ਇਨਸਾਈਟ ਵਰਡ ਯੂਜ਼ ਕਰ ਸਕਦੇ ਹੋ, ਪਰਸੂਏਡ ਵਰਡ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਕਿ ਜਿਹੜੇ ਮਤਲਬ ਬੱਚਿਆਂ ਨੂੰ ਇਨਕਰੇਜ ਕਰਦੇ ਆ ਕਿ ਉਹ ਕੀ ਕਰਨ, ਗੇਮਸ ਖੇਡਣ ਕੰਪਿਊਟਰਸ ਤੇ ਜਾਂ ਆਪਣੇ ਲੈਪਟਾਪਸ ਤੇ ਜਾਂ ਈ ਗੈਜਟਸ ਤੇ, ਠੀਕ ਹੈ। I believe that, ਅੱਗੇ ਫਿਰ ਓਪੀਨੀਅਨ ਆਏਗਾ, I assert that ਕਹਿ ਲਿਓ ਇੱਥੇ, I assert that, ਠੀਕ ਹੈ। ਕਿ ਜਿਹੜਾ ਇਹ ਚੀਜ਼ ਕੀ ਹੈ, ਇਹ ਹੈਪਨਿੰਗ ਹੋਏਗੀ ਜਾਂ ਫਿਰ ਇਹ ਫਿਨੋਮੀਨਾ ਹੋਏਗਾ, ਦਿਸ ਫਿਨੋਮੀਨਾ ਕੀ ਕਰੇਗਾ, ਇਜ਼ ਕੀ ਹੋਏਗਾ, ਡਿਸਟਰਕਟਿਵ ਹੁੰਦਾ ਕਿ ਲਾਈਕ ਵੀ ਉਹਨਾਂ ਦੇ ਲਈ ਮਾੜੇ ਹੈਗੇ ਆ, ਇਹ ਚੀਜ਼ ਮਾੜੇ ਪ੍ਰਭਾਵ ਪਾਉਂਦੇ ਆ, ਠੀਕ ਹੈ। ਉਹ ਡਿਫਾਈਨ ਕਰ ਸਕਦੇ ਆ ਇੱਥੇ ਆਪਾਂ ਕਿ I assert that, ठीक है, कि जो ये सिनेरियो है वो एग्जर्ट करेगा वेरियस डिस्ट्रक्टिव इफेक्ट्स ऑन जुवेनिल्स, ठीक है। कि बच्चों ते बहुत ज्यादा डिस्ट्रक्टिव इफेक्ट्स किया हो पाऊगा। सो आई होप कि ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਹੋਵੇਗਾ, ਠੀਕ ਹੈ। ਇਹਦੇ ਵਿੱਚ ਆਪਾਂ ਬਹੁਤ ਵਧੀਆ ਜਿਹੜੀ ਵੋਕੈਬਲਰੀ ਵੀ ਯੂਜ਼ ਕੀਤੀ ਹੈ, ਠੀਕ ਹੈ। ਐਂਡ ਉਹ ਵੋਕੈਬਲਰੀ ਵਰਡਸ ਦਾ ਮੈਂ ਤੁਹਾਨੂੰ ਮੀਨਿੰਗ ਵੀ ਨਾਲ ਦੀ ਨਾਲ ਕਲੀਅਰ ਕੀਤਾ। ਸੋ ਅਗਰ ਤੁਹਾਡੇ ਲਈ ਯੂਜ਼ਫੁਲ ਹੈ ਬੱਚੇ ਵੀਡੀਓ, ਪਲੀਜ਼ like and comment and also share it with your friends and your siblings who need it in order to clear their IELTS exam. Thank you so much, students.